ਵਧੀਆ ਕਦਮ ਹੈ ਕਿ ਇੰਨੇ ਮਹਾਨ ਚਿੰਤਕ ਨੂੰ ਅਸੀਂ ਯਾਦ ਕਰ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਡਾਕਟਰ ਅੰਬੇਦਕਰ ਨੂੰ ਸਿਰਫ ਇੱਕ ਦਲਿਤ ਵਿਦਵਾਨ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ। ਮੇਰੇ ਖਿਆਲ 'ਚ ਉਹ ਆਪਣੇ ਸਮੇਂ ਦੇ ਸਭ ਤੋਂ ਉੱਚ ਕੋਟੀ ਦੇ ਵਿਦਵਾਨ ਸਨ। ਬੇਸ਼ੱਕ ਉਹਨਾਂ ਨੇ ਜਾਤੀ ਵਿਤਕਰਾ ਹੰਡਾਇਆ ਹੈ ਅਤੇ ਦਲਿਤਾਂ ਦੀ ਮੁਕਤੀ ਲਈ ਸੰਘਰਸ਼ ਕੀਤਾ ਹੈ, ਪਰੰਤੂ ਉਹਨਾਂ ਦੀ ਸੋਚ ਦੇ ਵਿੱਚ ਯੂਨੀਵਰਸੈਲਿਟੀ ਹੈ, ਵਿਆਪਕਤਾ ਹੈ। ਉਹ ਸਿਰਫ ਦਲਿਤ ਮਸਲਿਆਂ ਤੱਕ ਹੀ ਸੀਮਿਤ ਨਹੀਂ ਸਨ, ਸਗੋਂ ਸਮਾਜਿਕ ਬਰਾਬਰੀ, ਜਿਹਨੂੰ ਆਪਾਂ ਸੋਸ਼ਲ ਇਕੁਐਲਿਟੀ ਅਤੇ ਸਮਾਜਿਕ ਨਿਆਂ ਦੇ ਵੱਡੇ ਪੈਰੋਕਾਰ ਸਨ। ਸੋਸ਼ਲ ਇਕੁਐਲਿਟੀ ਐਂਡ ਸੋਸ਼ਲ ਜਸਟਿਸ ਅਤੇ ਹਰ ਕਿਸਮ ਦੇ ਜ਼ਬਰ ਅਤੇ ਲੁੱਟ ਦੇ ਵਿਰੁੱਧ ਸੰਘਰਸ਼ ਕਰਨ ਦੇ ਮਦਈ ਸਨ। ਉਹਨਾਂ ਦੀ ਬੌਧਿਕ ਸਮਰੱਥਾ ਅਤੇ ਉਹਨਾਂ ਦੇ ਇਹਨਾਂ ਗੁਣਾਂ ਕਾਰਨ ਹੀ ਉਹਨਾਂ ਨੂੰ ਭਾਰਤ ਦਾ ਸੰਵਿਧਾਨ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਇੱਥੇ ਮੈਂ ਇਹ ਵੀ ਕਹਾਂਗਾ ਕਿ ਜਿਸ ਤਰ੍ਹਾਂ ਜੇ ਅਸੀਂ ਕਹੀਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਿਰਫ ਸਿੱਖਾਂ ਦੇ ਗੁਰੂ ਹਨ, ਅਤੇ ਇਹ ਵੀ ਉਚਿਤ ਨਹੀਂ ਹੈ, ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇ ਸਿੱਖਾਂ ਦੇ ਜਿਹੜੇ ਸਭ ਤੋਂ ਮਹਾਨ ਵਿਦਵਾਨ ਹੈ ਭਾਈ ਗੁਰਦਾਸ ਜੀ, ਉਹ ਕਹਿੰਦੇ ਕਿ ਜ਼ਾਹਰ ਪੀਰ ਜਗਤ ਗੁਰ ਬਾਬਾ, ਕਿ ਗੁਰੂ ਨਾਨਕ ਦਾ ਜੋ ਸੁਨੇਹਾ ਹੈ ਉਹ ਕਿਸੇ ਇੱਕ ਜਾਤ, ਇੱਕ ਮਜ਼ਹਬ, ਕਿਸੇ ਇੱਕ ਖਿੱਤੇ, ਇੱਕ ਕੌਮ, ਇੱਕ ਦੇਸ਼ ਤੱਕ ਸੀਮਿਤ ਨਹੀਂ ਹੈ। ਗੁਰੂ ਨਾਨਕ ਇਹਨਾਂ ਸਾਰੀਆਂ ਸੀਮਤਾਈਆਂ ਤੋਂ ਉੱਚੇ ਉੱਠ ਕੇ ਸਮੁੱਚੇ ਬ੍ਰਹਿਮੰਡ ਨੂੰ ਸੰਬੋਧਿਤ ਹੋ ਰਹੇ ਨੇ। ਤਾਂ ਇਸੇ ਤਰ੍ਹਾਂ ਜੇ ਅਸੀਂ ਕਹੀਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਸਿੱਖਾਂ ਦਾ ਗ੍ਰੰਥ ਹੈ, ਤੇ ਇਹ ਵੀ ਉਚਿਤ ਨਹੀਂ ਹੈ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਸਮੁੱਚੀ ਮਾਨਵਤਾ ਦੇ ਕਲਿਆਣ ਦੇ ਗ੍ਰੰਥ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਕਿ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀ। ਭਾਵ ਜੇ ਆਪਾਂ ਅੰਗਰੇਜ਼ੀ 'ਚ ਇਹਨੂੰ ਟਰਾਂਸਲੇਟ ਕਰੀਏ ਤੇ ਐਵਰੀਬੋਡੀ ਇਜ਼ ਇਨਕਲੂਡਡ, ਅਤੇ ਫਿਰ ਡਬਲ ਐਮਫੇਸਿਸ ਹੈਗਾ ਕਿ ਐਂਡ ਨੋ ਬੋਡੀ ਇਜ਼ ਐਕਸਕਲੂਡਡ। ਤਾਂ ਇਹ ਜਿਹੜਾ ਹੈਗਾ ਡਾਕਟਰ ਜੇ ਅਸੀਂ ਅੰਬੇਦਕਰ ਜੀ ਨੂੰ ਤਾਂ ਇਹ ਕਹਾਂਗੇ ਕਿ ਉਹਨਾਂ ਦੀ ਸੋਚ ਜਿਹੜੀ ਹੈ ਸਮੁੱਚੀ ਮਾਨਵਤਾ ਦੀ ਕਲਿਆਣਕਾਰੀ ਸੋਚ ਹੈ। ਅੱਛਾ, ਉਹਨਾਂ ਬਾਰੇ ਨਾ ਮੈਂ ਇੱਕ ਨਿੱਜੀ ਤਜਰਬਾ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਗੱਲ ਹੈਗੀ 1972 ਦੀ। ਮੈਂ 1971 'ਚ ਅਮਰੀਕਾ ਗਿਆ ਅਤੇ ਇੱਥੇ ਵੀ ਪਟਿਆਲੇ 'ਚ ਮੈਂ ਜਿਹੜਾ ਗੌਰਮੈਂਟ ਮੈਡੀਕਲ ਕਾਲਜ ਦੇ ਸਟੂਡੈਂਟ ਯੂਨੀਅਨ ਦਾ ਪ੍ਰੈਜ਼ੀਡੈਂਟ ਸੀਗਾ, ਅਤੇ ਮੈਂ ਇੱਥੇ ਜਦੋਂ ਲੜਾਈ ਹੋ ਰਹੀ ਸੀ ਵੀਅਤਨਾਮ ਦੀ ਐਂਟੀ ਵਾਰ ਮੂਵਮੈਂਟ, ਉਹਦੇ ਬੜਾ ਐਕਟਿਵ ਸੀ। ਜਦੋਂ ਅਮਰੀਕਾ ਮੈਂ ਗਿਆ ਤਾਂ ਮੈਨੂੰ ਕੋਈ ਫਰਕ ਹੀ ਨਹੀਂ ਨਜ਼ਰ ਆਇਆ। ਉੱਥੇ ਵੀ ਬੜੀ ਐਂਟੀ ਵਾਰ ਮੂਵਮੈਂਟ ਜਿਹੜੀ ਚੱਲ ਰਹੀ ਸੀਗੀ, ਤਾਂ ਮੈਨੂੰ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਲੈਕਚਰ ਦੇਣ ਨੂੰ ਜਾਣਾ ਪਿਆ। ਅਤੇ ਜਦੋਂ ਮੈਂ ਕੋਲੰਬੀਆ ਯੂਨੀਵਰਸਿਟੀ 'ਚ ਗਿਆ ਨਿਊਯਾਰਕ ਦੇ ਵਿੱਚ, ਤਾਂ ਹੈਰਾਨੀ ਦੀ ਗੱਲ ਹੈ ਕਿ ਮੈਨੂੰ ਇੱਕ ਬੜਾ ਔਰਾ ਮਹਿਸੂਸ ਹੋਇਆ, ਆਭਾ ਮੰਡਲ ਜਿਹਨੂੰ ਆਪਾਂ ਕਹਿੰਦੇ। ਤਾਂ ਮੈਂ ਕਿਹਾ ਕੀ ਗੱਲ ਹੈ? ਤਾਂ ਫਿਰ ਮੈਨੂੰ ਪਤਾ ਲੱਗਾ ਕਿ ਡਾਕਟਰ ਅੰਬੇਦਕਰ ਉੱਥੇ ਸੀਗੇ, ਕਿ ਉਹਨਾਂ ਨੇ ਉੱਥੇ ਜਿਹੜੀ ਹੈ PhD ਕੀਤੀ ਹੈ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ। ਤਾਂ ਕਈ ਸਾਲ ਹੁਣ ਥੋੜ੍ਹੇ ਜਿਹੀ ਗੱਲ ਹੈ ਪਿੱਛੇ ਗਏ, ਮੇਰੀ ਵਾਈਫ ਵੀ ਹੈਗੀ ਇੱਥੇ, ਤਾਂ ਅਸੀਂ ਬਹੁਤ ਗਿਆ ਗਏ। ਤਾਂ ਉੱਥੇ ਉਹਨਾਂ ਨੇ ਸਾਨੂੰ ਕਿਹਾ ਕਿ ਜਿਸ ਦਰੱਖਤ ਦੇ ਥੱਲੇ ਭਗਵਾਨ ਬੁੱਧ ਨੂੰ ਗਿਆਨ ਹੋਇਆ, ਉਹ ਕਹਿੰਦੇ ਤੁਸੀਂ ਇੱਥੇ ਬਹਿ ਕੇ ਥੋੜ੍ਹੀ ਦੇਰ ਦੇਖੋ। ਔਰ ਉਹ ਜਦੋਂ ਅਸੀਂ ਦੇਖੇ ਵਾਕਿਆ ਹੀ ਉਹ ਤੁਹਾਨੂੰ ਕੁਝ ਵਿਸ਼ੇਸ਼ ਕਿਸਮ ਦਾ ਸਕੂਨ ਜਿਹਾ ਮਿਲਦਾ। ਪਰ ਮੈਨੂੰ ਜਿਹੜਾ ਜਿਸ ਤਰ੍ਹਾਂ ਮੈਨੂੰ ਮਤਲਬ ਨਾ ਉਹ ਕੋਲੰਬੀਆ ਯੂਨੀਵਰਸਿਟੀ ਦੇ ਜਾ ਕੇ ਉਹ ਮਹਿਸੂਸ ਹੋਇਆ ਸੀ, ਮੈਨੂੰ ਉੱਥੇ ਉਹੋ ਜਿਹੀ ਫੀਲਿੰਗ ਆਈ। ਤਾਂ ਮੈਨੂੰ ਲੱਗਦਾ ਕਿ ਆਪਣੇ ਅੰਬੇਦਕਰ ਦੀ ਔਰ ਮਹਾਤਮਾ ਬੁੱਧ ਦੇ ਵਿੱਚ ਕੋਈ ਸਾਂਝ ਹੈ। ਤਾਂ ਸ਼ਾਇਦ ਇਸੇ ਕਰਕੇ ਉਹਨਾਂ ਨੇ ਜਿਹੜਾ ਬੁੱਧ ਧਰਮ ਅਪਣਾਇਆ। ਤਾਂ ਜਿਹੜੀ ਸਾਂਝ ਫਿਰ ਕੀ ਹੈ ਕਿ ਡਾਕਟਰ ਅੰਬੇਦਕਰ ਜਿਹੜੇ ਨੇ ਉਹ ਧਰਮ ਦੀ ਮਹੱਤਤਾ ਨੂੰ ਜਿਹੜਾ ਬਹੁਤ ਜ਼ੋਰ ਦਿੰਦੇ ਸਨ। ਤਾਂ ਧਰਮ ਕੀ ਹੈ ਉਹਨਾਂ ਲਈ? ਕਿ ਧਰਮ ਜਿਹੜੀ ਹੈ ਨੈਤਿਕਤਾ ਹੈ, ਸਦਾਚਾਰ। ਤਾਂ ਬੁੱਧ ਵੀ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਜਿਹੜਾ ਬੁੱਧ ਦਾ ਜਿਹੜਾ ਐਮਫੈਸਿਸ ਹੈਗਾ ਉਹ ਸਦਾਚਾਰ 'ਤੇ ਹੈ, ਕਿ ਧਰਮ ਦਾ ਜਿਹੜਾ ਮੁੱਖ ਪੱਖ ਸਦਾਚਾਰ ਹੈ। ਔਰ ਦੂਸਰੀ ਜਿਹੜੀ ਗੱਲ ਹੈ ਕਿ ਗਿਆਨ ਔਰ ਜਿਹੜਾ ਧਰਮ ਦਾ ਜਿਹੜਾ ਸੁਮੇਲ ਹੈ ਬੁੱਧ ਦੇ ਵਿੱਚ ਜਿਹੜਾ ਹੈਗਾ। ਤਾਂ ਇਹ ਵੀ ਚੀਜ਼ ਜਿਹੜੀ ਡਾਕਟਰ ਅੰਬੇਦਕਰ 'ਚ ਅਸੀਂ ਦੇਖਦੇ ਹਾਂ ਕਿ ਜਿਹੜੀ ਉਹਨਾਂ ਦੀ ਇਹ ਇੱਕ ਜਿਹੜੀ ਬਹੁਤ ਮੈਂ ਉਹਨਾਂ ਨੂੰ ਕੋਟ ਕਰਾਂਗਾ ਇੱਥੇ, ਕਲਟੀਵੇਸ਼ਨ ਆਫ ਮਾਈਂਡ ਸ਼ੁੱਡ ਬੀ ਦੀ ਅਲਟੀਮੇਟ ਏਮ ਆਫ ਹਿਊਮਨ ਐਗਜ਼ਿਸਟੈਂਸ। ਕਿ ਜੇ ਆਪਾਂ ਪੰਜਾਬੀ 'ਚ ਕਹੀਏ ਕਿ ਮਨੁੱਖੀ ਹੋਣ ਦਾ ਆਖਰੀ ਜਿਹੜਾ ਮੰਤਵ ਹੈ ਉਹ ਉਸ ਦਾ ਮਾਨਸਿਕ ਜਿਹੜਾ ਵਿਕਾਸ ਹੈ। ਤਾਂ ਇਹ ਦੂਸਰੇ ਸ਼ਬਦਾਂ ਜਿਹੜੀ ਚੇਤਨਾ ਮਨੁੱਖ ਦੀ ਜਗਾਣੀ ਜਿਹੜੀ ਹੈ, ਇਹੀ ਜਿਹੜਾ
मतलब मनुखी होने का आखिरी निशाना है। ये जी गल डॉक्टर अम्बेडकर कह रहे हैं। हुण एक गल इत्थे भी है कि डॉक्टर अम्बेडकर ने बड़े बेबाक तरीके नाल भारतीय मार्क्सवादियों ने इस गल पर, और सिर्फ भारतीय मार्क्सवादियों ने उन्हें मार्क्सवाद का भी इस गल पर जो विरोध किया कि इन्होंने धर्म का विरोध क्यों किया। उन्होंने कहा कि देखो गल ये है कि जिहड़ा मार्क्स का जिहड़ा तजर्बा धर्म का वो ईसाई धर्म तक सीमित है, तो लेकिन जिहड़ा पूर्वी संकल्प है धर्म का वो वखरा है। जे मार्क्स को पता होंदा पूर्व के विच धर्म का की संकल्प है तो उन्हें धर्म की विरोधता नहीं करनी सी। तो ये आप देखते कि जो साडा जिहड़ा संकल्प है, हालांकि महाभारत के विच 10 जिहड़े दसे गए ने गुण धर्म, लगभग हर मनुखी गुण नूं धर्म कहा गया, लेकिन गुरबाणी के विच जिन्हों मैं मनदा कि गुरु ग्रंथ साहब जी ने वो साडे पूर्वी चिंतन और जिहड़ी पूर्वी जिहड़ी रूहानियत की शिखर उहदे विच जिहड़ी धर्म की परिभाषा हैगी वो सुखमनी साहब के विच आंदी है कि सर्व धर्म में श्रेष्ठ धर्म हर को नाम जप निर्मल कर्म। अर्थात जिहड़ा धर्म का जिहड़ा मुख पक्ष है वो नैतिकता है, निर्मल कर्म, ते नाल की है हर को नाम जप, स्पिरिचुअल एनलाइटनमेंट। तो ये जो जे अगर मार्क्स को पता होंदा कि धर्म का जो कानसैप्ट है वो ईसाई धर्म नालों पूर्वी धर्मां च वखरा है, तो शायद वो फिर जो है अम्बेडकर उन्होंने अनुसार भी उन्हें धर्म की जी विरोधता नहीं करनी सी। हुण जो डॉक्टर अम्बेडकर जोड़े ने वो मनुखी के समाजिक बराबरी जो वो नैतिकता के घेरे च लियाते, वो कहते ये धर्म असली कि जी, और ਉਹਦੇ ਵਿੱਚ फिर ਜਿਹੜਾ ਹੈਗਾ वो जाति वितकरा ਜਿਹੜਾ हिंदुस्तान ਦੇ ਵਿੱਚ ਉਸ ਨੂੰ ਵੀ ਉਹ ਨੈਤਿਕਤਾ ਦਾ ਸਵਾਲ ਹੈ, ਧਰਮ ਦਾ ਸਵਾਲ ਮੰਨਦੇ ਨੇ। ਜੇ ਅਗਰ ਨੈਤਿਕਤਾ ਦਾ ਜਿਹੜਾ ਮੰਤਵ ਹੈ ਉਹ ਮਨੁੱਖੀ ਬਰਾਬਰੀ और समाजिक बराबरी है, तो जाहिर है कि किसी किस्म का ਜਿਹੜਾ वितकरा है जे जात के आधारित है वो भी ਜਿਹੜਾ अनैतिक है। तो ये जी चीज़ है, मैनू इदा लगता है कि वो मतलब ਜਿਹੜੇ ਇਸ ਨੂੰ ਉਹਨਾਂ ਦਾ धर्म के घेरे ਵਿੱਚ ਲਿਆਉਣਾ है ਜਿਹੜਾ जाति सवाल होवे। तो उन्होंने 3 सिद्धांत भी ने, एक शिक्षित हो, संगठित हो और संघर्ष करो। हाँ जी, शिक्षित हो पढ़ो, हाँ जी, तो मतलब शिक्षित हो तो संगठित हो तो संघर्ष करो। संघर्ष किहदे लई करो? संघर्ष भी जो धर्म की नैतिकता किहदे विरुद्ध करो, जिहड़ी समाजिक ते मनुखी ना बराबरी जबर ते लुट। तो ये है असली धर्म कि जो संघर्ष तुसीं जिहड़ा हैगा ये समाजिक न्याय, सोशल जस्टिस ते सोशल इक्वैलिटी की जो स्ट्रगल है वही असली धर्म है। हुण जो आखिरी जी गल है कि अज के जोड़े हालात ने, अज के हालात के उन्होंने जी सोच है वो सार्थकता की बन। तो मैनू ये लगता है कि अज की जी मुख्य समस्या दुनिया की वो है कि जो अज का जो ग्लोबलाइजेशन है, विश्वीकरण है, संसारीकरण है, तो ये बुनियादी कमी है। हुण बुनियादी कमी की है कि ये दिस इज ओनली इकनॉमिक ओनली ग्लोबलाइजेशन। ये जी ग्लोबलाइजेशन है ये सिर्फ आर्थिक विश्वीकरण या संसारीकरण है, ये नैतिक पक्ष जो गायब है। हुण कित्थे है आर्थिक पक्ष ते कित्थे नैतिक पक्ष है? आर्थिक पक्ष जो सरोकार है वो सिर्फ जो है वो प्रोडक्शन तक है, प्रॉफिट तक है, लेकिन वैल्थ क्रिएशन ऑफ वैल्थ, लेकिन जी वैल्थ जी क्रिएट हो गई वो डिस्ट्रीब्यूशन जी होगी वो जी वो नैतिकता का सवाल है। तो जिन्ना चिर इस ग्लोबलाइजेशन के नैतिकता का सवाल नहीं आए कि ये सिर्फ यही नहीं जरूरी कि असीं वैल्थ क्रिएट करिए, बल्कि वैल्थ की जी फेयर डिस्ट्रीब्यूशन है वो भी उन्नी ही जरूरी है। उन्नी चेर इस जी विश्वीकरण दी समस्यावां नहीं दूर होणगियां और ये कामयाब नहीं होएगा। तो इत्थे जिहड़ा डॉक्टर अम्बेडकर की जी सोच है वही जी इसनूं जिहड़ा ये जी कमी है वो पूरी कर सकती है। तो ये जी चीज़ है गुरबाणी में भी संकल्प आता है कि जी वो पूंजी जी साबत पूंजी का संकल्प है। साबत पूंजी की है? साबत पूंजी है कि जिहदे जिस तरह एक बीज है वो दो एक है आर्थिक पक्ष, एक नैतिक पक्ष है।
ਪੂੰਜੀ ਦੇ ਵਿੱਚ ਵੀ ਜਿਹੜੀ ਕੈਪੀਟਲ, ਕੰਪਲੀਟ ਕੈਪੀਟਲ ਗੁਰਬਾਣੀ ਕਹਿੰਦੀ ਉਹੀ ਹੈ ਜਿਹਦੇ ਵਿੱਚ ਦੋਨੋਂ ਪੱਖ ਜੁੜੇ ਹੋਏ, ਕਿਉਂਕਿ ਜੇ ਇਹਦਾ ਬੀਜ ਹੈ ਉਹਨੂੰ ਤੁਸੀਂ ਧਰਤੀ 'ਚ ਪਾਓਗੇ ਤਾਂ ਉਹ 'ਚ ਉੱਗੇਗਾ। ਲੇਕਿਨ ਗੁਰਬਾਣੀ ਕਹਿੰਦੀ ਹੈ ਕਿ ਜੇ ਇਹਨਾਂ ਨੂੰ ਅਲੱਗਾ ਕਰ ਦਿਓ, ਆਰਥਿਕਤਾ ਨੂੰ ਨੈਤਿਕਤਾ ਨਾਲੋਂ ਅਲੱਗਾ ਕਰੋ, ਜਿਵੇਂ ਕਿ ਹੁਣ ਹੋ ਰਿਹਾ, ਅੱਜ ਦੀ ਸਰਮਾਏਦਾਰੀ ਇਹੀ ਕਰ ਰਹੀ ਹੈ, ਤਾਂ ਫਿਰ ਤਾਂ ਕੀ ਹੋਏਗਾ, ਦਾਲ ਬਣ ਜਾਏਗੀ ਬੀਜ ਦੀ। ਫਿਰ ਲੇਕਿਨ ਦਾਲ 'ਚੋਂ ਕੁਛ ਨਹੀਂ ਉੱਗਦਾ। ਦਾਲ ਨੂੰ ਅਗਰ ਤੁਸੀਂ ਜ਼ਮੀਨ 'ਚ ਪਾਓਗੇ ਤਾਂ ਉਹ ਦਾਲ 'ਚੋਂ ਉੱਗ ਨਹੀਂ ਕੁਛ ਸਕਦਾ। ਇਹ ਗੁਰਬਾਣੀ ਦਾ ਫਰਮਾਨ। ਤਾਂ ਇਹਦਾ ਮਤਲਬ ਹੈ ਕਿ ਨੈਤਿਕ ਜਿਹੜਾ ਪੱਖ ਹੈ ਆਰਥਿਕ ਨਾਲ ਜੋੜ ਕੇ ਜਿਹੜਾ ਸਮਾਜ ਹੈ ਉਹ ਤਰੱਕੀ ਕਰ ਸਕਦਾ। ਹੁਣ ਆਖਰ ਦੇ ਵਿੱਚ ਮੈਂ ਇੱਕ ਗੱਲ ਇਹ ਕਹਾਂਗਾ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਇੱਕ ਬੜੀ ਵੱਡੀ ਜਿਹੜੀ ਫਿਲਾਸਫੀ ਅੱਜ ਅਜੋਕੇ ਯੁੱਗ ਦੀ ਮਾਰਕਸਵਾਦ ਹੈ, ਉਹਦੀਆਂ ਜੜ੍ਹਾਂ ਕਿਉਂ ਨਹੀਂ ਲੱਗੀਆਂ? ਕਿਉਂ ਮੈਂ ਕਹਿੰਦਾ ਕਿ ਇਸ ਕਰਕੇ ਨਹੀਂ ਲੱਗਿਆ ਕਿ ਅਸੀਂ ਮਾਰਕਸਵਾਦ ਦਾ ਭਾਰਤੀਕਰਨ ਨਹੀਂ ਕਰ ਸਕਦੇ, ਇੰਡੀਅਨਾਈਜੇਸ਼ਨ ਆਫ ਮਾਰਕਸਿਜ਼ਮ ਨਹੀਂ ਹੋਇਆ। ਔਰ ਉਹਦੇ ਵਿੱਚ ਕਿਹੜੀ ਸਭ ਤੋਂ ਵੱਡੀ ਜਿਹੜੀ ਮੈਨੂੰ ਰੁਕਾਵਟ ਨਜ਼ਰ ਆਉਂਦੀ ਹੈ ਕਿ ਅਸੀਂ ਜਿਹੜਾ ਜਾਤੀ ਸਵਾਲ ਹੈ, ਜਿਹੜਾ ਕਾਸਟ ਦਾ ਇਸ਼ੂ ਹੈ, ਉਹਦੇ ਬਾਰੇ ਅਸੀਂ ਸਪਸ਼ਟ ਨਹੀਂ ਹੋ ਸਕੇ। ਕਿਉਂ ਕਿ ਅਸੀਂ ਇਹ ਕਿਹਾ ਕਿ ਜਿਹੜੀ ਕਾਸਟ ਦਾ ਇਸ਼ੂ ਹੈ ਜਾਂ ਜਾਤੀ ਸਵਾਲ ਹੈ, ਜਮਾਤੀ ਸਵਾਲ ਹੈ। ਠੀਕ ਹੈ, ਮੈਂ ਮੰਨਦਾ ਕਿ ਹੈ, ਲੇਕਿਨ ਉਹਦਾ ਜਦੋਂ ਜੇ ਅਸੀਂ ਇਹ ਪ੍ਰਭਾਵ ਲਈਏ ਕਿ ਜਦੋਂ ਕਾਸਟ ਦਾ ਜਿਹੜਾ ਹੈ ਕਲਾਸ, ਤਾਂ ਫਿਰ ਇਹਦਾ ਮਤਲਬ ਜਦੋਂ ਕਲਾਸ ਜਿਹੜੀ ਉਹਦਾ ਸਮਾਧਾਨ ਹੋ ਜਾਏਗਾ, ਉਹਦਾ ਰਿਜ਼ੋਲਵ ਹੋ ਜਾਏਗਾ ਕਲਾਸ ਇਸ਼ੂ ਜਾਂ ਜਾਤੀ ਸਵਾਲ ਦਾ ਜਿਹੜਾ ਸਮਾਧਾਨ ਹੋ ਜਾਏਗਾ, ਤੇ ਆਪਣੇ ਆਪ ਹੀ ਕਾਸਟ ਦਾ ਇਸ਼ੂ ਵੀ ਰਿਜ਼ੋਲਵ ਹੋ ਜਾਏਗਾ। ਇਹ ਗਲਤ ਚੀਜ਼ ਹੈ। ਇਹ ਧਾਰਨਾ ਨੇ ਹੀ ਜਿਹੜੇ ਮਾਰਕਸਿਜ਼ਮ ਨੂੰ ਇੱਥੇ ਕਮਜ਼ੋਰ ਕੀਤਾ ਹੈ। ਕਿਉਂਕਿ ਜਿਹੜੀ ਇੱਕ ਹੁੰਦੀ ਹੈ ਜਨਰੈਲਿਟੀ, ਇੱਕ ਹੁੰਦੀ ਹੈ ਪਿਕੂਲੈਰਿਟੀ। ਇੱਕ ਕਿਸੇ ਗੱਲ ਦਾ ਆਮ ਪੱਖ ਹੁੰਦਾ, ਇੱਕ ਵਿਸ਼ੇਸ਼ ਪੱਖ ਹੈ। ਹੁਣ ਠੀਕ ਹੈ, ਮਾਰਕਸਵਾਦ ਇਹ ਮੰਨਦਾ ਹੈਗਾ ਕਿ ਜਿਹੜਾ ਕਲਾਸ ਜਿਹੜੀ ਹੈ ਉਹ ਇੱਕ ਜਨਰੈਲਿਟੀ ਹੈ, ਕਲਾਸ ਸਾਰੇ ਵਿੱਚ, ਲੇਕਿਨ ਜਿਹੜੀ ਹਿੰਦੁਸਤਾਨ ਦੀ ਸੋਸਾਇਟੀ ਦੀ ਕਾਸਟ ਇੱਕ ਪਿਕੂਲੈਰਿਟੀ ਹੈ, ਵਿਸ਼ੇਸ਼ਤਾ ਹੈ। ਇਹਦਾ ਮਤਲਬ ਹੈ ਕਿ ਬੇਸ਼ੱਕ ਕਲਾਸ ਦੇ ਵਿੱਚੋਂ ਹੀ ਕਾਸਟ ਨਿਕਲੀ ਹੈ, ਲੇਕਿਨ ਹੁਣ ਕਾਸਟ ਇੱਕ ਇੰਡੀਪੈਂਡੈਂਟ ਹੋਂਦ ਹੈ, ਇੱਕ ਸੁਤੰਤਰ ਹੋਂਦ ਹੈ, ਇੰਡੀਪੈਂਡੈਂਟ ਐਗਜ਼ਿਸਟੈਂਸ ਹੈ। ਇਸ ਕਰਕੇ ਅਸੀਂ ਇਸ ਨੂੰ ਸਾਨੂੰ ਐਡਰੈਸ ਕਰਨਾ ਪਏਗਾ, ਸੰਬੋਧਿਤ ਹੋਣਾ ਪਏਗਾ। ਔਰ ਮੈਂ ਆਖਿਰ 'ਚ ਆਪਣੀ ਗੱਲ ਤਾਂ ਇੱਥੇ ਹੀ ਖਤਮ ਕਰਦਾ ਕਿ ਜੇ ਭਾਰਤੀ ਮਾਰਕਸਵਾਦੀਆਂ ਨੇ ਕੁਝ ਸਿੱਖਣਾ ਹੈ ਭਾਰਤੀ ਸੋਸਾਇਟੀ ਬਾਰੇ, ਤਾਂ ਡਾਕਟਰ ਅੰਬੇਦਕਰ ਤੋਂ ਸਿੱਖਣ, ਕਿਉਂਕਿ ਡਾਕਟਰ ਅੰਬੇਦਕਰ ਨੇ ਇਹ ਜਿਹੜੀ ਚੀਜ਼ ਹੈ ਕਿ ਹਿੰਦੁਸਤਾਨ ਦੀ ਜਿਹੜੀ ਪਿਕੂਲੈਰਿਟੀ ਹੈ ਇੰਡੀਅਨ ਸੋਸਾਇਟੀ ਦੀ, ਸਾਡੀ ਵਿਸ਼ੇਸ਼ਤਾ ਹੀ ਹੈ, ਉਸ ਨੂੰ ਜਿਹੜਾ ਸੰਬੋਧਿਤ ਹੋਏ ਆ। ਔਰ ਇਹ ਇੰਨਾ ਕਹਿੰਦਾ ਹੋਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਉਹਨਾਂ ਇੰਨੇ ਮਹਾਨ ਵਿਦਵਾਨ ਦੀ ਯਾਦ ਦੇ ਵਿੱਚ ਦੋ ਸ਼ਬਦ ਕਹਿਣ ਦਾ ਤੁਸੀਂ ਜੋ ਮੌਕਾ ਦਿੱਤਾ ਹੈ, ਉਹਦੇ ਲਈ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਡਾਕਟਰ ਸਵਰਾਜ ਜੀ ਨੇ ਬਹੁਤ ਥੋੜ੍ਹੇ ਸ਼ਬਦਾਂ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੀ ਭਾਰਤ, ਉਹਨਾਂ ਦੀ ਬਹੁਤ ਵੱਡੀ ਸ਼ਖਸੀਅਤ ਹੈ ਜੋ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਇਹਨਾਂ ਨੇ ਪ੍ਰੋਜੈਕਟ ਸੰਬੰਧਿਤ ਬਾਤ ਕਰਨ ਦੀ ਜੋ ਆਪਣੀ ਸਮਰੱਥਾ ਦਿਖਾਈ ਹੈ, ਮੈਂ ਆਪ ਜੀ ਦਾ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਬਹੁਤ ਧੰਨਵਾਦ ਕਰਦਾ ਹਾਂ। ਸਾਡੇ ਦਰਮਿਆਨ ਇੱਥੇ ਪਹੁੰਚੇ